हाँ जी सर, कल आप शुरुआत की सी पार्ट 5 ऑफ द इंडियन कॉन्स्टिट्यूशन। ਕਿਹੜਾ ਪਾਰਟ ਸੀਗਾ? 5 ਪਾਰਟ 5 ਹੈਨਾ। ਤੇ ਉਹਦੇ ਚ ਤੁਹਾਨੂੰ ਦੱਸਿਆ ਸੀ ਪਾਰਟ 5 ਦੇ ਵਿੱਚ ਜਿਹੜਾ ਉਹਦਾ ਹੈਡਿੰਗ ਆ ਪਾਰਟ 5 ਦਾ ਉਹ ਹੈਗਾ ਯੂਨੀਅਨ। ਤੇ ਯੂਨੀਅਨ ਦੇ ਅੰਡਰ ਕਿਹੜੀਆਂ ਕਿਹੜੀਆਂ ਚੀਜ਼ਾਂ ਆਉਂਦੀਆਂ? ਯੂਨੀਅਨ ਐਗਜ਼ੈਕਟਿਵ, ਯੂਨੀਅਨ ਲੈਜਿਸਲੇਚਰ ਤੇ ਯੂਨੀਅਨ ਜੁਡੀਸ਼ਰੀ, ਜਿਹਨੂੰ ਆਪਾਂ ਸੁਪਰੀਮ ਕੋਰਟ ਬੋਲਦੇ ਆ। ਠੀਕ ਹੈ, ਇਹ ਤਿੰਨ ਚੀਜ਼ਾਂ ਆਉਣਗੀਆਂ। ਤੇ ਸਾਰਿਆਂ ਤੋਂ ਪਹਿਲਾਂ ਆਪਾਂ ਜਿਹੜਾ ਪਹਿਲਾ ਸਬ ਹੈਡਿੰਗ ਸਟਾਰਟ ਕੀਤਾ ਸੀ ਯੂਨੀਅਨ ਜੁਡੀਸ਼ਰੀ। ਠੀਕ ਹੈ, ਹੁਣ ਸੌਰੀ ਯੂਨੀਅਨ ਐਗਜ਼ੈਕਟਿਵ। ਸੋ ਜਿਹੜਾ ਹੁਣ ਯੂਨੀਅਨ ਐਗਜ਼ੈਕਟਿਵ ਆਪਾਂ ਸਟਾਰਟ ਕੀਤਾ, ਯੂਨੀਅਨ ਐਗਜ਼ੈਕਟਿਵ ਦੇ ਕਿੰਨੇ ਪਾਰਟ ਸੀਗੇ? ਯੂਨੀਅਨ ਐਗਜ਼ੈਕਟਿਵ ਦੇ ਵਿੱਚ ਇੱਕ ਤਾਂ ਆਉਂਦਾ ਪ੍ਰੈਜ਼ੀਡੈਂਟ, ਇੱਕ ਆਉਂਦਾ ਕਿਹੜੇ ਕਿਹੜੇ ਬੰਦੇ ਹੁੰਦੇ ਬੋਲਿਓ? ਵਾਈਸ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ, ਤੇ ਫੇਰ ਆਊਗਾ ਕਾਉਂਸਲ, ਹਾਂ ਕਾਉਂਸਲ ਆਫ ਪੀਐਮ ਮਿਨਿਸਟਰ ਦੇ ਕਾਉਂਸਲ ਤੇ ਅਟਾਰਨੀ ਜਨਰਲ। ਠੀਕ ਹੈ, ਇਹ ਚਾਰ ਚਾਰ ਬੰਦੇ ਆਉਂਦੇ ਆ। ਠੀਕ ਹੈ, ਇਹ ਕੀ ਹੈ? ਐਗਜ਼ੈਕਟਿਵ ਆ। ਸੋ ਉਹਦੇ ਚੋਂ ਆਪਾਂ ਪਹਿਲਾ ਬੰਦਾ ਸ਼ੁਰੂ ਕੀਤਾ ਸੀਗਾ ਪ੍ਰੈਜ਼ੀਡੈਂਟ। ਪ੍ਰੈਜ਼ੀਡੈਂਟ ਬਾਰੇ ਪੜ੍ਹਿਆ ਸੀਗਾ। ਪ੍ਰੈਜ਼ੀਡੈਂਟ ਬਾਰੇ ਲਿਖਿਆ ਕਿਹੜੇ ਆਰਟੀਕਲ 'ਚ? ਇਹ ਗੱਲ ਪੜ੍ਹੀ ਸੀਗੀ ਹਨਾ। ਕਿਹੜੇ ਆਰਟੀਕਲ 'ਚ ਲਿਖਿਆ? 52 'ਚ। ਪਹਿਲਾ ਕੁਐਸਚਨ ਸੀ। ਦੂਜਾ ਕੁਐਸਚਨ ਸੀਗਾ ਬਈ ਹੈਡ ਆਫ ਇੰਡੀਅਨ ਸਟੇਟ ਕੌਣ ਹੁੰਦਾ? ਪ੍ਰੈਜ਼ੀਡੈਂਟ। ਪ੍ਰੈਜ਼ੀਡੈਂਟ। ਜੇ ਮੈਂ ਪੁੱਛ ਲਾਂ ਵੀ ਹੈਡ ਆਫ ਇੰਡੀਅਨ ਗਵਰਨਮੈਂਟ ਕੌਣ ਹੁੰਦਾ? ਮੋਦੀ। ਮੋਦੀ ਬਈ, ਪੀਐਮ ਮੋਦੀ ਬਈ। ਯਾਰ ਪੀਐਮ ਮੋਦੀ ਤਾਂ ਕਹੀ ਜਾਂਦਾ ਵੀ ਪ੍ਰਧਾਨ ਵੈਸੇ ਮੰਤਰੀ। ਨਾਰਮਲੀ ਪ੍ਰਧਾਨ ਮੰਤਰੀ ਪੀਐਮ ਹੁੰਦਾ। ਠੀਕ ਹੈ, ਫਿਰ ਉਦੋਂ ਬਾਅਦ ਦੇ ਵਿੱਚ ਫਸਟ ਸਿਟੀਜ਼ਨ ਕੌਣ ਹੁੰਦਾ ਇੰਡੀਆ ਦਾ? ਪੀਐਮ ਕੇ ਪ੍ਰੈਜ਼ੀਡੈਂਟ? ਪ੍ਰੈਜ਼ੀਡੈਂਟ ਬਈ। ਹਾਂ ਹਰਜੀਤ, ਕੁਆਲੀਫਿਕੇਸ਼ਨਸ ਦੱਸ ਕੀ ਹੋਣੀਆਂ ਚਾਹੀਦੀਆਂ ਇੱਕ ਪ੍ਰੈਜ਼ੀਡੈਂਟ ਬਣਨ ਵਾਸਤੇ? ਆਪਣਾ ਹਿੰਦਰ ਸਾਰੀਆਂ ਕੁਆਲੀਫਿਕੇਸ਼ਨਸ ਪੂਰੀਆਂ ਕਰਦਾ ਸੀਗਾ, ਉਹਨੂੰ ਵੇਖ ਲਓ, ਹੁਣ ਧਿਆਨ ਚ ਰੱਖ ਲਓ। ਦੱਸੋ ਜੀ। ਏਜ ਉਹਦੀ ਹੋਣੀ ਚਾਹੀਦੀ ਆ 35 ਸਾਲ ਮਿਨੀਮਮ। ਸਾਰਿਆਂ ਤੋਂ ਜਮਾਂ ਪਹਿਲੀ ਕੰਡੀਸ਼ਨ ਤਾਂ ਇਹ ਹੋਣੀ ਚਾਹੀਦੀ ਹੁੰਦੀ ਹੈ ਨਾ ਵੀ ਉਹ ਸਿਟੀਜ਼ਨ ਹੋਣਾ ਚਾਹੀਦਾ ਇੰਡੀਆ ਦਾ। ਸਿਟੀਜ਼ਨ ਹੋਣਾ ਚਾਹੀਦਾ, ਹਾਂ। ਸਾਰਿਆਂ ਤੋਂ ਪਹਿਲੀ ਮਸਟ ਕੰਡੀਸ਼ਨ ਹੁੰਦੀ ਹੈ। ਦੂਜੀ ਚਲੋ ਏਜ 35 ਸਾਲ ਹੋ ਗਈ। ਤੀਜੀ ਤੀਜੀ ਕੁਆਲੀਫਿਕੇਸ਼ਨ ਜਿਹੜੀ ਉਹ ਲੋਕ ਸਭਾ ਦੇ ਮੈਂਬਰ ਜਿੰਨੀ ਹੋਣੀ ਚਾਹੀਦੀ ਆ। ਠੀਕ ਹੈ। ਤੇ ਫਿਰ ਆ ਜਾਂਦਾ ਵੀ ਉਹਦੇ ਜਿਹੜਾ ਵੀ ਆਫਿਸ ਆਫ ਗਵਰਨਰ ਨਹੀਂ ਹੋਣਾ ਚਾਹੀਦਾ, ਆਫਿਸ ਆਫ ਪ੍ਰੋਫਿਟ ਨਾ ਹੋਵੇ, ਕੋਈ ਵੀ ਗਵਰਨਮੈਂਟ ਜੋਬ ਨਾ ਹੋਵੇ, ਹਾਂ ਹਾਂ ਗਵਰਨਮੈਂਟ ਅਪਲਾਈ ਨਾ ਹੋਵੇ। ਉਹ ਜੇ ਹੈਗਾ ਤੁਹਾਨੂੰ ਰਿਜ਼ਾਈਨ ਦੇਣਾ ਪਊਗਾ ਜੇ ਪ੍ਰੈਜ਼ੀਡੈਂਟ ਬਣਨਾ ਤੁਹਾਨੂੰ। ਠੀਕ ਹੈ, ਠੀਕ ਹੈ। ਸੋ ਇਹ ਹੋ ਗਿਆ ਕੁਆਲੀਫਿਕੇਸ਼ਨ। ਉਦੋਂ ਬਾਅਦ ਦੇ ਜੇ ਤੁਹਾਨੂੰ ਦੱਸਿਆ ਸੀ ਵੀ ਇਲੈਕਸ਼ਨ ਜਿਹੜੀ ਹੁੰਦੀ ਹੈ ਪ੍ਰੈਜ਼ੀਡੈਂਟ ਦੀ, ਉਹ ਕਿਹੜੀ ਹੁੰਦੀ ਹੈ? ਡਾਇਰੈਕਟ ਹੁੰਦੀ ਹੈ ਕਿ ਇਨਡਾਇਰੈਕਟ ਹੁੰਦੀ ਹੈ? ਇਨਡਾਇਰੈਕਟਲੀ। ਇਨਡਾਇਰੈਕਟ ਇਲੈਕਸ਼ਨ। ਗੁਰਪ੍ਰੀਤ ਦੱਸ ਕਿਹੜੇ ਕਿਹੜੇ ਬੰਦੇ ਰਾਸ਼ਟਰਪਤੀ ਦੀਆਂ ਵੋਟਾਂ 'ਚ ਹਿੱਸਾ ਲੈਣਗੇ? ਜਿਹੜੇ ਰਾਸ਼ਟਰਪਤੀ ਨੂੰ ਵੋਟਾਂ ਪਾਉਣ ਵਾਲੇ ਕਿਹੜੇ ਬੰਦੇ ਆ? ਇਹ ਹੁੰਦੇ ਦੂਜੇ ਆਪਣੇ ਇਲੈਕਟਡ ਐਮਪੀ, ਇਲੈਕਟਡ ਐਮਐਲਏ, ਦਾ ਇਲੈਕਟਡ ਐਮਐਲਏ ਯੂਟੀਸ। ਠੀਕ ਹੈ, ਡਿਊਟੀਆਂ ਹੈਗੀਆਂ ਤਿੰਨ, ਦਿੱਲੀ, ਪਾਂਡੂਚੇਰੀ ਤੇ ਕਸ਼ਮੀਰ। ਠੀਕ ਹੈ। ਸੋ ਪਹਿਲਾ ਕਿਹੜਾ? ਇਲੈਕਟਡ ਐਮਪੀਜ਼, ਇਲੈਕਟਡ ਮੈਂਬਰਸ ਆਫ ਪਾਰਲੀਮੈਂਟ, ਜਾਂ ਕਹਿ ਲਓ ਇਲੈਕਟਡ ਮੈਂਬਰਸ ਆਫ ਬੋਥ ਹਾਊਸ, ਉਹ ਸੇਮ ਚੀਜ਼ ਹੈ ਹਨਾ। 2 ਨੰਬਰ ਤੇ ਆ ਗਿਆ ਆਪਣਾ ਇਲੈਕਟਡ ਐਮਐਲਏਜ਼ ਆਫ ਸਟੇਟ, ਇੱਥੇ ਨਾਲ ਸਟੇਟ ਬੋਲਿਆ ਕਰੋ। ਤੀਜਾ ਪੁਆਇੰਟ ਕੀ ਹੈਗਾ? ਇਲੈਕਟਡ ਐਮਐਲਏਜ਼ ਆਫ ਯੂਟੀਜ਼। ਕਿੰਨੀਆਂ ਯੂਟੀਜ਼ ਦੇ ਐਮਐਲਏ ਵੋਟਾਂ ਪਾਉਣਗੇ, ਵੋਟਾਂ 'ਚ ਹਿੱਸਾ ਲੈਣਗੇ? ਤਿੰਨਾਂ 'ਚ। ਕਿਹੜੀਆਂ ਕਿਹੜੀਆਂ? ਪਹਿਲੇ ਪੁਰਾਣੀਆਂ ਕਿਹੜੀਆਂ ਸੀਗੀਆਂ? 2, ਦਿੱਲੀ ਪੁਡੂਚੇਰੀ, ਤੇ ਇੱਕ ਜਿਹੜੀ ਨਵੀਂ ਹੁਣ ਬਣ ਗਈ ਜੰਮੂ ਐਂਡ ਕਸ਼ਮੀਰ। ਸੋ ਆਪਾਂ ਨੂੰ ਇਹ ਇਲੈਕਸ਼ਨ ਬਾਰੇ ਪਤਾ ਲੱਗ ਗਿਆ ਹਨਾ। ਸੋ ਮੇਨ ਇਹਦੇ 'ਚ ਪੁਆਇੰਟ ਕੀ ਸੀ? ਆਪਾਂ ਕਿਹੜੇ ਪੁਆਇੰਟ ਤੇ ਜ਼ੋਰ ਦਿੱਤਾ ਸੀ? ਇਲੈਕਟਡ ਮੈਂਬਰਸ ਦੇ ਉੱਤੇ। ਮਤਲਬ ਜਿਹੜੇ ਮੈਂਬਰਸ ਨੋਮੀਨੇਟ ਕੀਤੇ ਜਾਂਦੇ ਆ ਪ੍ਰੈਜ਼ੀਡੈਂਟ ਦੁਆਰਾ। ਜਿਵੇਂ ਮੰਨ ਕੇ ਚਲੋ ਆਪਾਂ ਗੱਲ ਕੀਤੀ ਸੀਗੀ ਵੀ ਰਾਜ ਸਭਾ ਦੇ ਵਿੱਚ 12 ਮੈਂਬਰਾਂ ਨੂੰ ਨੋਮੀਨੇਟ ਕਰਦਾ, ਲੋਕ ਸਭਾ ਦੇ ਵਿੱਚ ਉਹ 2 ਮੈਂਬਰਾਂ ਨੂੰ ਨੋਮੀਨੇਟ ਕਰਦਾ। ਉਹ ਜਿਹੜੇ ਨੋਮੀਨੇਟਡ ਮੈਂਬਰ ਆ ਉਹ ਰਾਸ਼ਟਰਪਤੀ ਦੀ ਜਿਹੜੀ ਇਲੈਕਸ਼ਨ ਪ੍ਰਕਿਰਿਆ ਉਹਦੇ ਵਿੱਚ ਹਿੱਸਾ ਨਹੀਂ ਲੈਣਗੇ। ਤੇ ਨਹੀਂ, ਉਹ ਜਿਹੜੇ ਨਾਮਜ਼ਦ ਕਰਦਾ ਪ੍ਰੈਜ਼ੀਡੈਂਟ ਦੀ ਤੇ ਚੋਣ ਹੁੰਦੀ ਹੈ ਤੇ ਪ੍ਰੈਜ਼ੀਡੈਂਟ ਆਪ ਹੀ ਤਾਂ ਹੀ ਨਾਮਜ਼ਦ ਫਿਰ ਕਰਦਾ। ਪਹਿਲਾਂ ਵਾਲਾ ਹੋਇਆ ਗਿਆ ਹੁੰਦਾ ਨਾ। ਜਿਵੇਂ ਹੁਣ ਮੰਨ ਕੇ ਚਲੋ ਆਪਣਾ ਪਿਛਲਾ ਪ੍ਰੈਜ਼ੀਡੈਂਟ ਕੌਣ ਸੀ? ਪ੍ਰਣਬ ਮੁਖਰਜੀ ਸੀਗਾ। ਪ੍ਰਣਬ ਮੁਖਰਜੀ ਸੀ ਨਾ, ਉਹਨੇ ਹੁਣ ਮੰਨ ਕੇ ਚਲੋ 12 ਬੰਦੇ ਚੁਣੇ ਹੋਏ ਸੀਗੇ। ਹੁਣ ਜਦੋਂ ਅਗਲੀਆਂ ਵੋਟਾਂ ਪੈਣੀਆਂ ਸੀ ਉਹ 12 ਬੰਦਿਆਂ ਨੇ ਵੋਟ ਨਹੀਂ ਵਿੱਚ ਇਨਕਲੂਡ ਹੋਏ ਹੋਣੇ। ਉਹਦਾ ਕਾਰਨ ਇੱਕ ਹੋਰ ਹੈ ਨਾ, ਉਹ ਤੁਸੀਂ ਜਿਹੜੇ ਬੰਦੇ ਨੋਮੀਨੇਟ ਕੀਤੇ ਆ ਯਾਰ, ਉਹ ਦੂਜੇ ਨੂੰ ਇਲੈਕਟ ਕਰਨ ਵਾਸਤੇ ਕਿਵੇਂ ਉਹਨਾਂ ਨੂੰ ਵੋਟਾਂ ਪਵਾਓਗੇ?
ਜਿਹੜੇ ਹੁਣ ਮੰਨ ਕੇ ਚਲੋ MP ਆ ਜਾਂ MLA ਵੋਟਾਂ ਕਰ ਰਹੇ ਆ, ਉਹ ਲੋਕਾਂ ਦੀ ਆਵਾਜ਼ ਆ ਨਾ। ਉਹ ਅਸਲ ਚ ਕਾਰਨ ਕੀ ਹੈ, ਜਿਹੜਾ ਕਾਰਨ ਕੀ ਹੈ ਵੀ ਇਹ ਬੰਦੇ ਨੋਮੀਨੇਟ ਕਰਨ ਦਾ, ਜਿਹੜਾ ਤਾਂ ਲੋਕ ਸਭਾ ਦੇ ਵਿੱਚ 2 ਬੰਦਿਆਂ ਨੂੰ ਦਿੱਤੀ ਆ, ਉਹ ਤਾਂ ਉਹਨਾਂ ਦਾ ਵੀ ਇਹ ਆ ਵੀ ਰਿਪਰੈਜ਼ੈਂਟੇਸ਼ਨ ਉਹਨਾਂ ਨੂੰ ਦੇਣੀ ਆ, ਵੀ ਐ ਨਾ ਹੋਵੇ ਵੀ ਐਂਗਲੋ ਇੰਡੀਅਨ ਕਮਿਊਨਿਟੀ ਦਾ ਬੰਦਾ ਹੀ ਕੋਈ ਨਾ ਹੋਵੇ ਪਾਰਲੀਮੈਂਟ ਦੇ ਵਿੱਚ। ਉੱਥੇ ਨਾ ਸਪੈਸ਼ਲ ਲਿਖਿਆ ਹੋਇਆ ਪਾਰਲੀਮੈਂਟ ਦੇ ਵਿੱਚ ਵੀ ਜੇ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਨਾ ਮਿਲੇ, ਪ੍ਰੋਪਰ ਰਿਪਰੈਜ਼ੈਂਟੇਸ਼ਨ ਪਾਰਲੀਮੈਂਟ ਦੇ ਵਿੱਚ ਨਾ ਹੋਵੇ, ਫਿਰ ਦੋ ਸੀਟਾਂ ਰਾਖਵੀਆਂ। ਤੇ ਜੇ ਮੰਨ ਕੇ ਚਲੋ ਉਹ ਪਹਿਲੀਆਂ ਚ 3-4 ਬੰਦੇ ਹੈਗੇ ਆ ਪਾਰਲੀਮੈਂਟ ਦੇ ਵਿੱਚ ਐਂਗਲੋ ਇੰਡੀਅਨ, ਫਿਰ ਜ਼ਰੂਰੀ ਨਹੀਂਗਾ। ਜਿਵੇਂ ਆਪਾਂ ਕਹਿੰਦੇ ਨੇ ਵੀ ਰਿਜ਼ਰਵੇਸ਼ਨ ਦਾ ਕੀ ਹਿਸਾਬ ਹੁੰਦਾ, ਰਿਜ਼ਰਵੇਸ਼ਨ ਦਾ ਹਿਸਾਬ ਹੁੰਦਾ ਵੀ ਜਿਹੜਾ ਹੁਣ EWS ਵਾਲੇ ਦੀ ਗੱਲ ਕਰਦਾ ਜਰਨਲ ਦੇ ਵਿੱਚ, ਉਹ ਇਹ ਆ ਵੀ ਹਾਂ ਵੀ ਇਹਨਾਂ ਨੂੰ 4 ਸੀਟਾਂ ਦੇ ਦਿੱਤੀਆਂ EWS ਵਾਲਿਆਂ ਨੂੰ, ਹਨਾ, ਜਰਨਲ ਦੇ ਵਿੱਚ। ਪਰ ਜੇ ਉਹ 4 ਸੀਟਾਂ ਉਹਨਾਂ ਨੇ ਆਲਰੇਡੀ ਵੀ ਪਹਿਲਿਆਂ ਚ ਹੀ ਆ ਗਏ ਆ ਉਹ, ਠੀਕ ਹੈ, ਫਿਰ ਉਹਨਾਂ ਨੂੰ ਇਹ ਨਹੀਂ ਵੀ ਹਾਂ ਵੀ ਉਹਨਾਂ ਦੀਆਂ 4 ਸੀਟਾਂ ਰਿਜ਼ਰਵ ਹੀ ਹੈਗੇ। ਸਮਝ ਲੱਗੀ ਨਾ, ਵੀ ਜੇ ਉਹ ਪਹਿਲਿਆਂ ਚ ਆ ਗਏ ਤੇ ਫਿਰ ਉਹ 4 ਸੀਟਾਂ ਆਟੋਮੈਟਿਕਲੀ ਉਹਦੇ ਚ ਉਵੇਂ ਮਰਜ ਰਹਿਣਗੇ ਜਰਨਲ ਦੇ ਵਿੱਚ। ਤੇ ਜਿਹੜੇ ਨੋਮੀਨੇਟ ਹੁੰਦੇ ਆ ਮੈਂਬਰ, ਤੇ ਉਹਨਾਂ ਦਾ ਕੀ ਫਾਇਦਾ ਹੁੰਦਾ? ਮੈਂ ਉਹੀ ਦੱਸੀ ਜਾਂਦਾ ਮੈਂ। ਤੇ ਐਂਗਲੋ ਇੰਡੀਅਨ ਦੀ ਗੱਲ ਆਪਾਂ ਕਰ ਲਈ ਨਾ, ਵੀ ਐਂਗਲੋ ਇੰਡੀਅਨ ਦਾ ਤਾਂ ਵੈਸੇ ਇੱਕ ਵੀ ਉਹ ਕੋਈ ਕਾਰਨ ਹੋਰ ਨਹੀਂ ਸੀਗਾ, ਸਿਰਫ ਇੰਨਾ ਕੁ ਸੀ ਵੀ ਉਹਨਾਂ ਨੂੰ ਆਪਾਂ ਰਿਪਰੈਜ਼ੈਂਟੇਸ਼ਨ ਦੇਣੀ ਹੈ ਪਾਰਲੀਮੈਂਟ ਦੇ ਵਿੱਚ, ਐਂਗਲੋ ਇੰਡੀਅਨ ਇਹ ਨਾ ਪਿੱਛੇ ਨਾ ਰਹਿ ਜਾਣ। ਪਰ ਜਿਹੜਾ ਦੂਜਾ ਮੁੱਦਾ ਵੀ ਰਾਜ ਸਭਾ ਦੇ ਵਿੱਚ ਕਾਹਤੋਂ ਆਏ ਆ 12 ਮੈਂਬਰਾਂ ਨੂੰ, ਉਹਦਾ ਸਿਰਫ ਇੱਕੋ ਇੱਕ ਕਾਰਨ ਹੈ ਵੀ ਆਪਣਾ ਜਦੋਂ ਕਾਨੂੰਨ ਬਣਾਉਣ ਦੀ ਪ੍ਰੋਸੈਸ ਆ, ਉਹਦੇ ਚ ਸਿਆਣੇ ਬੰਦੇ ਸ਼ਾਮਲ ਹੋਣ। ਰਾਸ਼ਟਰਪਤੀ ਵੀ ਆਪਣਾ ਜਿਹੜੇ ਇਹ ਪ੍ਰੋਵੀਜ਼ਨ ਨੂੰ ਸ਼ਾਮਲ ਕਰਨ ਪਿੱਛੇ ਕਨਸਟੀਟਿਊਸ਼ਨ ਦੇ ਵਿੱਚ ਇਹ ਇੱਕੋ ਇੱਕ ਸੋਚ ਸੀਗੀ ਵੀ ਜਿਹੜੇ ਸਿਆਣੇ ਬੰਦੇ ਆ, ਜਿਹੜੇ ਭਾਵੇਂ ਉਹ ਆਰਟ ਦੇ ਖੇਤਰ ਦੇ ਸਿਆਣੇ ਬੰਦੇ ਆ, ਠੀਕ ਆ, ਭਾਵੇਂ ਉਹ ਸਾਇੰਸ ਦੇ ਖੇਤਰ ਦੇ ਸਿਆਣੇ ਬੰਦੇ ਆ, ਹਨਾ। ਹੁਣ ਸਪੋਰਟਸ ਵੀ ਇੱਕ ਹਿਸਾਬ ਦਾ ਵਿੱਚ ਆ ਗਿਆ, ਵੀ ਸਚਨ ਨੂੰ ਲੈ ਲਿਆ ਸੀਗਾ, ਵੀ ਉਹਨਾਂ ਬੰਦਿਆਂ ਦਾ ਜਿਹੜਾ ਉਹਨਾਂ ਦੀ ਸੋਚ ਆ, ਉਹਨਾਂ ਦਾ ਜਿਹੜਾ ਐਕਸਪੀਰੀਅੰਸ ਆ, ਹਨਾ, ਉਹਨਾਂ ਦੇ ਤਜਰਬੇ ਤੋਂ ਕਾਨੂੰਨ ਬਣਾਉਣ ਦੇ ਵਿੱਚ ਵੀ ਕੰਮ ਲਿਆ ਜਾ ਸਕੇ, ਉਹਨਾਂ ਦੇ ਤਜਰਬੇ ਨੂੰ, ਠੀਕ ਆ, ਉਹਨਾਂ ਦੀ ਰਾਏ ਲਈ ਜਾ ਸਕੇ। ਤਾਂ ਕਰਕੇ ਹੋਰ ਕੋਈ ਕਾਰਨ ਨਹੀਂ ਸੀਗਾ। ਸੋ ਉਹਨਾਂ ਦਾ ਉਹ ਕਾਨੂੰਨ ਬਣਾਉਣ ਚ ਤਾਂ ਉਹਨਾਂ ਦਾ ਲਈ ਜਾਂਦੇ ਆ ਫਿਰ, ਹਨਾ। ਤੇ ਹੁਣ ਇਲੈਕਸ਼ਨਾਂ ਚ ਨਹੀਂ ਉਹਨਾਂ ਦਾ ਕੋਈ ਰੋਲ ਹੁੰਦਾ। ਹੁਣ ਇੱਥੇ ਆਪਾਂ ਉਹਦੀ ਗੱਲ, ਰਿਜ਼ਰਵੇਸ਼ਨ ਦੀ ਗੱਲ ਕਰੀ ਜਾਂਦੇ ਆ। ਮੈਂ ਇੱਥੇ ਕੁਐਸਚਨ ਤੁਹਾਨੂੰ ਹੋਰ ਪੁੱਛਣਾ, ਸੱਚ ਇੱਕ ਨਾਲ ਲੱਗਦਾ ਕੁਐਸਚਨ, ਰਿਜ਼ਰਵੇਸ਼ਨ ਦੀ ਗੱਲ ਸ਼ੁਰੂ ਹੋਈ ਹੈ ਤਾਂ ਪੁੱਛਦਾ ਮੈਂ, ਵੀ ਜਿਵੇਂ ਮੈਂ ਕਹਤਾ ਵੀ ਐਂਗਲੋ ਇੰਡੀਅਨ ਕਮਿਊਨਿਟੀ ਦੀਆਂ 2 ਸੀਟਾਂ ਰਿਜ਼ਰਵ ਆ, ਕਿਹਾ ਨਾ ਤੁਹਾਨੂੰ ਹੁਣੇ ਸੀਗੀਆਂ, ਹੁਣ ਤਾਂ ਉਹ ਵੀ ਖਤਮ ਹੋ ਗਈਆਂ। ਪਰ ਮੈਂ ਤੁਹਾਡੇ ਤੇ ਪੁੱਛਣਾ ਚਾਹਣਾ ਵੀ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਕੀ ਹੁੰਦਾ ਵੀ ਸੀਟਾਂ SC ਲਈ ਰਿਜ਼ਰਵ ਹੁੰਦੀਆਂ, ਹਨਾ, ਜਦੋਂ ਮੈਂਬਰੀ ਦੀਆਂ ਜਾਂ ਸਰਪੰਚੀ ਦੀਆਂ, ਕੀ ਲੋਕ ਸਭਾ ਦੀਆਂ ਜਾਂ ਲੋਕ ਸਭਾ, ਰਾਜ ਸਭਾ, ਪਾਰਲੀਮੈਂਟ ਜਾਂ ਸਟੇਟ ਲੈਜਿਸਲੇਚਰ ਅਸੈਂਬਲੀ ਦੇ ਵਿੱਚ ਵੀ ਰਿਜ਼ਰਵੇਸ਼ਨ ਹੁੰਦੀ ਹੈ SC BC ਦੀ ਜਾਤ ਦੇ ਆਧਾਰ ਤੇ? ਨਹੀਂ ਬਈ, ਨਹੀਂ ਹੁੰਦੀ। ਕੀ ਪਤਾ ਤੈਨੂੰ? ਵੇਖਿਆ ਤਾਂ ਨਹੀਂ ਕਦੇ। ਠੀਕ ਹੈ, ਸਹੀ ਹੈ, ਠੀਕ ਹੈ। ਇਹ ਕੁਐਸਚਨ ਆਮ ਹੀ ਆ ਜਾਂਦਾ ਪੇਪਰ, ਉਹ ਤੁਹਾਨੂੰ ਲਿਖ ਦੇਣਾ ਵੀ ਹਾਂ ਵੀ ਲੋਕ ਸਭਾ ਦੇ ਵਿੱਚ SC ਦੀ 10% ਰਿਜ਼ਰਵੇਸ਼ਨ ਹੁੰਦੀ ਹੈ, ਜਿਹੜੀ ਰਾਜ ਸਭਾ ਉਹਦੇ ਚ 15% ਹੁੰਦੀ ਹੈ, ਤੇ ਜਿਹੜੀਆਂ ਸਟੇਟ ਲੈਜਿਸਲੇਟਿਵ ਅਸੈਂਬਲੀਜ਼ ਆ ਉਹਨਾਂ ਦੇ ਵਿੱਚ 5% ਹੁੰਦੀ ਹੈ, ਠੀਕ ਹੈ। ਤੇ ਦੱਸੋ ਇਹਨਾਂ ਉੱਪਰ ਲੈ ਚੁੱਕੇ, ਤੇ ਇਹ ਲਾਸਟ ਵਾਲਾ ਲਿਖ ਦੇਣਗੇ ਵੀ ਉਪਰੋਕਤ ਵਿੱਚੋਂ ਕੋਈ ਵੀ ਨਹੀਂ, ਨਨ ਆਫ ਦੀ ਅਬਵ ਹੈ। ਤੁਹਾਨੂੰ ਪੁੱਛ ਲੈਣਗੇ ਦੱਸੋ ਕਿਹੜਾ ਸਹੀ ਹੈ, ਤੁਸੀਂ ਕਹੋਗੇ ਯਾਰ ਆਹ ਹੋ ਸਕਦਾ, ਆਹ ਹੋ ਸਕਦਾ, ਆਹ ਹੋ ਸਕਦਾ। ਅਸਲ ਚ ਆਨਸਰ ਕੀ ਹੈ? ਨਨ ਆਫ ਦਾ ਅਬਵ। ਜੇ ਤੁਸੀਂ ਜੀ ਪੜ੍ਹੀ ਹੈ, ਕਲੀਅਰ ਗੱਲ ਸਮਝ ਲੱਗ ਗਈ? ਕੋਈ ਰਿਜ਼ਰਵੇਸ਼ਨ ਨਹੀਂ। ਲੋਕ ਸਭਾ ਤੇ ਰਾਜ ਸਭਾ, ਭਾਵੇਂ ਲੋਕ ਸਭਾ ਰਾਜ ਸਭਾ, ਉਹ ਤਾਂ ਪਾਰਲੀਮੈਂਟ ਦੇ ਵੀ ਪਾਰਟ ਆ ਗਏ ਨਾ, ਵੀ ਨਾ ਤਾਂ ਕੋਈ ਪਾਰਲੀਮੈਂਟ ਦੇ ਵਿੱਚ ਰਿਜ਼ਰਵੇਸ਼ਨ ਹੈ, ਨਾ ਹੀ ਕੋਈ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਰਿਜ਼ਰਵੇਸ਼ਨ ਹੈ। ਜਾਤ ਦੇ ਆਧਾਰ ਤੇ ਗੱਲ ਕਰ ਰਿਹਾ ਮੈਂ, ਠੀਕ ਹੈ। ਜਾਤ ਦੇ ਆਧਾਰ ਤੇ ਵੀ ਨਹੀਂ, ਸੈਕਸ ਦੇ ਆਧਾਰ ਤੇ ਵੀ ਹੈ ਨਹੀਂ, ਵੀ ਵੀਮੈਨ ਮੈਨ ਦੀ ਵੀ ਹੈ ਨਹੀਂ। ਪਰ ਜਿਹੜੀਆਂ ਲੋਕਲ ਗਵਰਨਮੈਂਟਸ ਆ, ਪੰਚਾਇਤਾਂ, ਉੱਥੇ ਰਿਜ਼ਰਵੇਸ਼ਨ ਹੈਗੀ ਹੈ, ਉੱਥੇ ਰਿਜ਼ਰਵੇਸ਼ਨ ਹੈਗੀ ਹੈ। ਉੱਥੇ ਹੋਣੀ ਹੋਈ ਹੈ ਕਿ ਪਹਿਲਾਂ ਵੀ ਸੀ ਯਾਰ? ਹਾਂ, ਬਾਅਦ ਦੇ ਵਿੱਚ ਕੀਤੀ ਹੈ। SC BC ਦੀ ਰਿਜ਼ਰਵੇਸ਼ਨ ਵੀ ਹੈਗੀ ਹੈ ਤੇ ਵੀਮੈਨ ਦੀ ਵੀ ਹੈਗੀ ਹੈ। ਵੀਮੈਨ ਦੀ ਤਾਂ ਹੁਣ ਇਹਨਾਂ ਨੇ ਕਹਿਤਾ ਨਾ ਵੀ 33% ਜ਼ਰੂਰੀ ਹੈ ਕੰਮ,
ਕਿੰਨੇ ਪਰਸੈਂਟ ਜ਼ਰੂਰੀ ਹੈ? 33 33%। ਓਕੇ, ਰਿਜ਼ਰਵੇਸ਼ਨ ਵਾਲੀ ਹਾਂ ਚੀਜ਼ ਇੱਕ ਵਿੱਚ ਆ ਗਈ ਸੀ। ਚਲੋ ਆਪਾਂ ਪ੍ਰੈਜ਼ੀਡੈਂਟ ਕਰ ਰਹੇ ਸੀਗੇ ਹਨਾ, ਇਲੈਕਸ਼ਨ ਆਫ ਪ੍ਰੈਜ਼ੀਡੈਂਟ ਬਾਰੇ ਪਤਾ ਲੱਗ ਗਿਆ ਆਪਾਂ ਨੂੰ ਹਨਾ। ਹਾਂ ਫਿਰ ਉਦੋਂ ਅੱਗੇ ਤੁਹਾਨੂੰ ਕੀ ਦੱਸਿਆ ਸੀਗਾ ਵੀ ਜੇ ਕੋਈ ਮੰਨ ਕੇ ਚੱਲੋ ਝਗੜਾ ਹੁੰਦਾ ਹਨਾ ਪ੍ਰੈਜ਼ੀਡੈਂਟ ਦੀਆਂ ਵੋਟਾਂ ਦੇ ਨਾਲ ਸੰਬੰਧਿਤ, ਇਲੈਕਸ਼ਨ ਦੇ ਨਾਲ ਸੰਬੰਧਿਤ, ਤੇ ਉਹ ਝਗੜੇ ਦਾ ਨਿਪਟਾਰਾ ਕਿੱਥੇ ਹੋਊਗਾ? ਉਹ ਝਗੜੇ ਨਾਲ ਸੰਬੰਧਿਤ ਕੇਸਾਂ ਨੂੰ ਕੌਣ ਵੇਖੂਗਾ? ਸੁਪਰੀਮ ਕੋਰਟ। ਹਾਂ, ਹਾਈ ਕੋਰਟ ਤੇ ਡਿਸਟ੍ਰਿਕਟ ਕੋਰਟ ਉਹਨੂੰ ਨਹੀਂ ਵੇਖ ਸਕਦੇ, ਹੁਣ ਕੌਣ ਵੇਖੂਗਾ? ਸੁਪਰੀਮ ਕੋਰਟ। ਠੀਕ ਹੈ। ਅੱਗੇ ਇਹ ਕੋਈ ਬਾਲੇ ਇੰਪੋਰਟੈਂਟ ਨਹੀਂ ਗੇ ਕੁਐਸਚਨ ਵੀ ਜਿਵੇਂ ਹੁਣ ਸਿਕਿਉਰਿਟੀ ਕਿੰਨੀ ਜਮ੍ਹਾਂ ਕਰਾਉਣੀ ਹੈ 15,000 ਹਨਾ, ਵੀ ਇਹ ਵੈਸੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਰਾਊਗਾ ਸਿਕਿਉਰਿਟੀ ਜਮ੍ਹਾਂ ਰਾਸ਼ਟਰਪਤੀ, ਪਰ ਜਿਹੜੇ ਇਦੋਂ ਪਹਿਲਾਂ ਵਾਲੇ ਕੁਐਸਚਨ ਸੀ ਉਹ ਸਾਰੇ ਇੰਪੋਰਟੈਂਟ ਸੀ। ਸੋ ਅੱਗੇ ਆ ਗਏ ਆਪਾਂ, ਅੱਜ ਆਪਾਂ ਵੇਖਣੀਆਂ ਕੰਡੀਸ਼ਨਸ ਆਫ ਪ੍ਰੈਜ਼ੀਡੈਂਟਸ ਆਫਿਸ। ਆਰਟੀਕਲ ਹਾਂਜੀ, Article 59 of the Constitution lays down the following conditions of the President's office। ਠੀਕ ਹੈ ਵੀ ਉਹੀ ਗੱਲ ਆ ਵੀ ਜਿਵੇਂ ਕੁਆਲੀਫਿਕੇਸ਼ਨ ਵਾਲੀ ਆਪਾਂ ਗੱਲ ਕੀਤੀ ਸੀ ਨਾ, ਲਗਭਗ ਉਹ ਜੀ ਗੱਲ ਆ, ਕਿਉਂਕਿ ਉਹ ਜਿਹੜੀ ਆਪਾਂ ਕੁਆਲੀਫਿਕੇਸ਼ਨ ਪੜ੍ਹੀ ਸੀ, ਮੈਂ ਤੁਹਾਨੂੰ ਉੱਥੇ ਵੀ ਗੱਲ ਕੀਤੀ ਸੀਗੀ ਵੀ ਕੁਆਲੀਫਿਕੇਸ਼ਨ ਕਾਹਦੇ ਵਾਸਤੇ ਆ? ਚੋਣ ਲੜਨ ਵਾਸਤੇ ਕੁਆਲੀਫਿਕੇਸ਼ਨ ਆ ਉਹ, ਇਹ ਨਹੀਂ ਵੀ ਉਹ ਕੁਆਲੀਫਿਕੇਸ਼ਨ ਪੂਰੀ ਹੈ ਤੇ ਤੁਸੀਂ ਰਾਸ਼ਟਰਪਤੀ ਬਣ ਜਾਓ। ਜਿਹੜੀਆਂ ਇਹ ਹੈ ਕੰਡੀਸ਼ਨਸ, ਇਹ ਹੈ ਜਦੋਂ ਹੁਣ ਤੁਸੀਂ ਰਾਸ਼ਟਰਪਤੀ ਬਣ ਗਏ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਡੀਆਂ ਨਹੀਂ ਹੋਣੀਆਂ ਚਾਹੀਦੀਆਂ? ਗੱਲ ਸਮਝ ਲੱਗ ਗਈ ਵੀ ਰਾਸ਼ਟਰਪਤੀ ਦੇ ਆਫਿਸ ਦੇ ਵਿੱਚ ਆਹ ਚੀਜ਼ਾਂ ਨਹੀਂ ਹੋ ਸਕਦੀਆਂ, ਵੀ ਐਂ ਰਹਿਣਾ ਪਊਗਾ ਤੁਹਾਨੂੰ। ਪਹਿਲਾ ਕੀ ਹੈ? ਹੀ ਸ਼ੁੱਡ ਨਾਟ ਬੀ ਅ ਮੈਂਬਰ ਆਫ each house of the parliament or a house of state legislature. So if any such person is elected as president, he is deemed to have vacated his seat in that house on the date on which he enters upon office as the president। ਗੱਲ ਸਮਝ ਲੱਗੀ? ਉਹਨਾਂ ਦੇ ਕਹਿਣ ਦਾ ਮਤਲਬ ਇਹ ਆ ਵੀ ਪਹਿਲੀ ਗੱਲ ਤਾਂ ਉਹ MP ਜਾਂ MLA ਹੋਣਾ ਹੀ ਨਹੀਂ ਚਾਹੀਦਾ, ਪਰ ਜੇ ਕਿਸੇ MP MLA ਨੇ ਸੀਟ ਲੜ ਲਈ, ਹੁਣ ਇੱਥੇ ਇੱਕ ਚੀਜ਼ ਹੋਰ ਕਲੀਅਰ ਆਪਦੇ ਦਿਮਾਗ 'ਚ ਰੱਖੋ, ਜਿਹੜਾ ਆਫਿਸ ਆਫ ਪ੍ਰੋਫਿਟ ਆ ਉਹਦੇ 'ਚ ਇਹਨਾਂ ਨੇ MP ਤੇ MLA ਨੂੰ ਇਨਕਲੂਡ ਨਹੀਂ ਕੀਤਾ। ਜੇ MP ਤੇ MLA ਇਨਕਲੂਡ ਹੁੰਦੇ ਉਹਦੇ ਵਿੱਚ ਤੇ ਫਿਰ ਉਹ ਤਾਂ ਚੋਣ ਹੀ ਨਹੀਂ ਲੜ ਸਕਣੀ ਸੀ, ਉਹਦਾ ਇਲੈਕਸ਼ਨ ਲੜਨ ਲਈ ਐਲੀਜੀਬਲ ਹੋਣਾ ਸੀਗਾ। ਸਮਝ ਲੱਗ ਗਈ ਨਾ ਵੀ ਆਫਿਸ ਆਫ ਪ੍ਰੋਫਿਟ ਜਿਹੜੇ ਬੰਦਾ ਹੋਲਡ ਕਰਦਾ ਆਪਦੇ ਕੋਲੇ, ਉਹ ਇਲੈਕਸ਼ਨ ਨਹੀਂ ਲੜ ਸਕਦਾ ਗਾ ਪ੍ਰੈਜ਼ੀਡੈਂਟ ਦੀ। ਸੋ ਜੇ ਉਹ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਲੜ ਕੇ ਉਹ ਇੱਥੇ ਪਹੁੰਚਿਆ ਨਾ ਆਫਿਸ ਤੱਕ ਤਾਂ, ਤੇ ਫਿਰ ਇਹਦਾ ਮਤਲਬ MLA ਤੇ MP ਹੈ ਜਿਹੜੇ, ਉਹ ਆਫਿਸ ਆਫ ਪ੍ਰੋਫਿਟ ਦੇ ਵਿੱਚ ਨਹੀਂ ਆਉਂਦੇ। ਠੀਕ ਹੈ ਵੀ ਸਰਕਾਰੀ ਨੌਕਰੀਆਂ ਆਉਂਦੀਆਂ ਜਾਂ ਹਨਾ ਹੋਰ ਸਰਕਾਰੀ ਪੋਸਟਾਂ ਆਉਂਦੀਆਂ, ਪਰ ਵੀ ਜਿਹੜੇ ਇਲੈਕਟਡ ਮੈਂਬਰਸ ਹੁੰਦੇ ਆ ਇਹਨਾਂ ਨੂੰ ਆਪਾਂ ਉਹਦਾ ਪਾਰਟ ਨਹੀਂ ਮੰਨਦੇ ਜੀ ਆਫਿਸ ਆਫ ਪ੍ਰੋਫਿਟ ਦਾ। ਪਰ ਇੱਥੇ ਆ ਕੇ ਹੁਣ ਇਹ ਜ਼ਰੂਰ ਆ ਵੀ ਜਦੋਂ ਤੁਸੀਂ ਇੱਕ ਵਾਰੀ ਬਣ ਗਏ ਉਦੋਂ ਬਾਅਦ ਚ ਤੁਹਾਨੂੰ ਆਪਦੀ ਸੀਟ ਵਕੇਟ ਕਰਨੀ ਪਊਗੀ, ਤੇ ਉਦਣ ਹੀ ਵਕੇਟ ਕਰਨੀ ਪਊਗੀ ਜਿੱਦਣ ਤੁਸੀਂ ਪ੍ਰੈਜ਼ੀਡੈਂਟ ਦੇ ਆਫਿਸ 'ਚ ਆਉਣਾ, ਉਦੋਂ ਪਹਿਲਾਂ। ਇਹ ਨਹੀਂ ਵੀ ਹਾਂ ਇੱਕ ਦਿਨ ਤੁਸੀਂ MP ਵੀ ਹੈ, ਉਹ ਬੰਦਾ ਉਹੀ ਬੰਦਾ ਰਾਸ਼ਟਰਪਤੀ ਹੈ। ਸਮਝ ਲੱਗ ਗਈ ਵੀ ਆਪਾਂ ਕਹਿ ਦਈਏ ਵੀ ਹਾਂਜੀ ਆਪਣੇ ਮੋਦੀ ਸਾਹਿਬ ਦਾ ਜੀ ਕੀਤਾ ਵੀ ਹਾਂ ਮੈਂ ਚੋਣ ਵੀ ਲੜ ਹੀ ਲਵਾਂ, ਇੱਕ ਦਿਨ ਪ੍ਰਧਾਨ ਮੰਤਰੀ ਵੀ ਹੋਈ ਹੈ ਤੇ ਪ੍ਰੈਜ਼ੀਡੈਂਟ ਵੀ ਹੋਈ ਹੈ, ਦੋਵੇਂ ਸੇਮ ਹੀ ਆ। ਠੀਕ ਹੈ, ਸੋ ਕੁਝ ਨਹੀਂ ਹੋ ਸਕਦਾ ਗਾ, ਨਾ ਕੋਈ ਮੰਤਰੀ ਵੀ ਉਹਨੂੰ। ਆ ਵੇਖੋ, ਇਫ ਐਨੀ ਸੱਚ ਪਰਸਨ ਇਜ਼ ਇਲੈਕਟਡ ਐਜ਼ ਪ੍ਰੈਜ਼ੀਡੈਂਟ, ਹੀ ਇਜ਼ ਡੀਮਡ ਟੂ have vacated his seat, ਮੰਨਿਆ ਜਾਊਗਾ ਵੀ ਉਹਨੇ ਆਪਦੀ ਸੀਟ ਖਾਲੀ ਕਰਤੀ in that house, ਵੀ ਜਿਹੜੇ ਹਾਊਸ ਦਾ ਉਹ ਮੈਂਬਰ ਆ। ਕਿੱਦਣ? on the date on which he enters upon his office as president, ਜਿੱਦਣ ਹੀ ਉਹ ਪ੍ਰੈਜ਼ੀਡੈਂਟ ਦੇ ਆਫਿਸ ਦੇ ਵਿੱਚ ਪੈਰ ਧਰੂਗਾ, ਉਹਨੇ ਭਾਵੇਂ ਆਪ ਸੀਟ ਆਪਦਾ ਰਿਜ਼ਾਈਨ ਦਿੱਤਾ ਭਾਵੇਂ ਨਹੀਂ ਦਿੱਤਾ, ਪਰ ਉਹਦੀ ਸੀਟ ਉਦਣ ਆਪੇ ਹੀ ਖਾਲੀ ਮੰਨੀ ਜਾਊਗੀ। ਗੱਲ ਸਮਝ ਲੱਗ ਗਈ? ਜਿਵੇਂ ਮੈਂ ਤੁਹਾਨੂੰ ਸਿਟੀਜ਼ਨਸ਼ਿਪ ਦੇ ਵਿੱਚ ਨਹੀਂ ਦੱਸਿਆ ਸੀ ਵੀ ਆਰਟੀਕਲ 9 ਕੀ ਸੀ, ਵੀ ਜੇ ਜਦੋਂ ਹੀ ਤੁਸੀਂ ਕੈਨੇਡਾ ਦੀ ਸਿਟੀਜ਼ਨਸ਼ਿਪ ਲੈ ਲਈ, ਜਦੋਂ ਹੀ ਤੁਸੀਂ ਆਸਟ੍ਰੇਲੀਆ ਦੀ ਸਿਟੀਜ਼ਨਸ਼ਿਪ ਲੈ ਲਈ,
ਠੀਕ ਹੈ, ਤੁਸੀਂ ਵਾਲੰਟਰੀਲੀ ਲਈ ਹੈ ਨਾ, ਉਹ ਆਪਦੀ ਮਰਜ਼ੀ ਨਾਲ ਲਈ ਹੈ ਉਧਰ ਦੀ ਸਿਟੀਜ਼ਨਸ਼ਿਪ, ਤੇ ਇਧਰਲੀ ਸਿਟੀਜ਼ਨਸ਼ਿਪ ਤੁਹਾਡੀ ਨਾਲ ਦੀ ਨਾਲ ਟਰਮੀਨੇਟ ਕਰ ਦਿੱਤੀ ਜਾਊਗੀ। ਆ ਇੰਨੀ ਗੱਲ ਦਾ ਪਤਾ ਲੱਗਿਆ। ਇੱਥੇ ਅਸਲ 'ਚ ਗੱਲ ਪਤਾ ਕੀ ਹੈ, ਆ ਨਹੀਂ ਪਤਾ ਲੱਗਾ ਥੋੜਾ ਵੀ। ਹਾਂ ਹਾਂ ਉਹਨਾਂ ਚਿਰ ਉਹ ਵੀ ਹੋ ਸਕਦਾ ਉਹ ਵੀ ਪਹਿਲਾਂ ਯਾਰ ਚੋਣ ਲੜ ਸਕਦਾ ਕੋਈ ਵੀ ਐਮਪੀ ਜਾਂ ਐਮਐਲਏ ਐਮਐਲਏ ਚੋਣ ਲੜ ਸਕਦਾ। ਵੀ ਬਰਕੰਦੀ ਸਾਹਿਬ ਆਪਣੇ ਰਾਸ਼ਟਰਪਤੀ ਦੀ ਚੋਣ ਲੜ ਲੈਣ, ਪਰ ਜਿੱਦਣ ਇਹ ਰਾਸ਼ਟਰਪਤੀ ਬਣ ਗਿਆ, ਠੀਕ ਹੈ, ਉਦਣ ਇਹਨੇ ਹਾਂ ਜਦੋਂ ਆਫਿਸ ਜਦੋਂ ਹੀ ਇਹਨੇ ਆਫਿਸ 'ਚ ਐਂਟਰ ਕਰਨਾ ਰਾਸ਼ਟਰਪਤੀ ਦੇ, ਵੀ ਹਾਂਜੀ ਵੀ ਅੱਜ 21 ਤਰੀਕ ਆ ਜਾਂ 22 ਤਰੀਕ ਆ, ਹਨਾ ਵੀ 22 ਤਰੀਕ ਨੂੰ ਆਪਣੇ ਬਰਕੰਦੀ ਸਾਹਿਬ ਪ੍ਰੈਜ਼ੀਡੈਂਟ ਦੇ ਆਫਿਸ ਨੂੰ ਜੁਆਇਨ ਕਰਨਗੇ, ਉਦੋਂ ਹੀ ਇਹਦੀ ਸੀਟ ਕੱਟੀ ਜਾਣੀ ਹੈ। ਠੀਕ ਲੱਗ ਗਿਆ। ਠੀਕ ਹੈ, ਆਪਣੇ ਕੋਲ 10 ਮਿੰਟ ਆ, ਮੈਂ ਥੋੜਾ ਕੰਮ ਇੱਕ ਵਾਰੀ ਕਰ ਲਾਂ, ਬਾਅਦ ਦੇ ਆਪਣਾ ਦੁਬਾਰਾ ਫਿਰ ਬਣਾਉਣੀ ਪਊਗੀ। ਸਮਝ ਲੱਗ ਗਈ? ਅੱਗੇ ਹੈ he should not hold any other office of profit, है ना, he is entitled without payment of rent to the use of his official residence। ਸੋ ਕਹਿਣ ਦਾ ਮਤਲਬ ਕੀ ਹੈ ਵੀ ਉਹਨੂੰ ਆਪਦੇ ਜਿਹੜਾ ਰਾਸ਼ਟਰਪਤੀ ਭਵਨ ਆ, official residence ਉਹਦਾ ਕਿਹੜਾ ਹੁੰਦਾ ਰਾਸ਼ਟਰਪਤੀ ਭਵਨ, ਉਹਦਾ ਉਹਨੂੰ ਕੋਈ ਕਿਰਾਇਆ ਵੀ ਨਹੀਂ ਦੇਣਾ ਪਊਗਾ, ਉਹਦਾ ਉਹਨੂੰ ਕੋਈ ਕਿਰਾਇਆ ਨਹੀਂ ਦੇਣਾ ਪੈਂਦਾਗਾ, ਵੀ ਉਹ ਕੁਝ ਨਹੀਂ ਦਿੰਦਾਗਾ, ਕੋਈ ਪੈਸੇ ਨਹੀਂ ਦਿੰਦਾ ਉਹਦੇ। ਠੀਕ ਹੈ, ਅੱਗੇ he is entitled to such emoluments, allowances and privileges as may be determined by parliament। ਠੀਕ ਹੈ, ਇਹ ਤਾਂ ਕੋਈ ਇੰਨਾ ਇੰਪੋਰਟੈਂਟ ਪੁਆਇੰਟ ਹੈ ਨਹੀਂਗਾ, ਪਰ ਫਿਰ ਵੀ ਇਹਦੇ ਚ ਲਿਖਿਆ ਕੀ ਉਹਨਾਂ ਨੇ ਵੀ ਇਹ ਹੈ ਵੀ ਜਿਹੜੀਆਂ ਉਹਦੀਆਂ ਤਨਖਾਹਾਂ ਹੋਣਗੇ, ਹਨਾ, ਐਮੋਲੂਮੈਂਟਸ ਉਹਦੀ ਤਨਖਾਹ ਹੁੰਦੀ ਹੈ, ਅਲਾਉਐਂਸਸ ਹੁੰਦੇ ਉਹਨਾਂ ਦੇ ਭੱਤੇ, ਤੇ ਪ੍ਰਿਵਿਲੇजेस ਹੁੰਦੇ ਆ ਉਹਨਾਂ ਦੇ ਵਿਸ਼ੇਸ਼ ਅਧਿਕਾਰ। ਵੀ ਰਾਸ਼ਟਰਪਤੀ ਨੂੰ ਕਿੰਨੀ ਤਨਖਾਹ ਮਿਲੂਗੀ, ਰਾਸ਼ਟਰਪਤੀ ਨੂੰ ਕਿੰਨਾ ਭੱਤਾ ਮਿਲੂਗਾ, ਹਨਾ, ਭੱਤੇ ਤਨਖਾਹ ਦੇ ਵਿੱਚ ਐਡ ਹੁੰਦੇ ਆ, ਵੀ ਟੈਲੀਫੋਨ ਦਾ ਭੱਤਾ ਮਿਲ ਗਿਆ, ਮਹਿੰਗਾਈ ਭੱਤਾ ਮਿਲ ਗਿਆ, ਹਨਾ, ਉਹ ਚੀਜ਼। ਤੇ ਰਾਸ਼ਟਰਪਤੀ ਕੋਲ ਕਿਹੜੇ ਕਿਹੜੇ ਵਿਸ਼ੇਸ਼ ਅਧਿਕਾਰ ਹੋਣਗੇ, ਇਹ ਚੀਜ਼ਾਂ ਨੂੰ ਕੌਣ ਤੈਅ ਕਰੂਗਾ? ਪਾਰਲੀਮੈਂਟ ਤੈਅ ਕਰੂਗੀ, ਪਾਰਲੀਮੈਂਟ ਕਾਨੂੰਨ ਬਣਾਊਗੀ ਇਹਦੇ ਬਾਰੇ। ਗੱਲ ਸਮਝ ਲੱਗ ਗਈ? ਠੀਕ ਹੈ, ਅੱਗੇ ਕੀ ਹੈ, his emoluments and allowances can't be diminished during his term of office। ਇਹ ਜ਼ਰੂਰੀ ਚੀਜ਼ ਹੈ ਵੀ ਹੁਣ ਅਸਲ 'ਚ ਇਹ ਹੈ ਵੀ ਹੁਣ ਮੋਦੀ ਦੀ ਗਵਰਨਮੈਂਟ ਚੱਲੀ ਜਾਂਦੀ ਹੈ, ਠੀਕ ਹੈ, ਜਦੋਂ ਹੁਣ ਮੋਦੀ 2014 ਦੇ ਵਿੱਚ ਆਇਆ, ਉਦੋਂ ਪ੍ਰੈਜ਼ੀਡੈਂਟ ਕੌਣ ਸੀ? ਪ੍ਰਣਬ ਮੁਖਰਜੀ ਸੀਗਾ। ਪ੍ਰਣਬ ਮੁਖਰਜੀ ਪ੍ਰੈਜ਼ੀਡੈਂਟ ਹੋਣ ਤੋਂ ਪਹਿਲਾਂ ਮੰਤਰੀ ਹੁੰਦਾ ਸੀ ਕਾਂਗਰਸ ਦੀ ਸਰਕਾਰ 'ਚ, ਖਜ਼ਾਨਾ ਮੰਤਰੀ। ਠੀਕ ਹੈ, ਮੋਦੀ ਆਇਆ 2014 'ਚ, ਉਹ ਆਈ ਥਿੰਕ ਪ੍ਰੈਜ਼ੀਡੈਂਟ ਬਣਿਆ ਸੀਗਾ 2011 'ਚ, ਤੇ ਹਜੇ ਤੱਕ 2 ਸਾਲ ਪਏ ਸੀਗੇ ਵੀ ਮੋਦੀ ਦੀ ਸਰਕਾਰ ਦੇ ਵਿੱਚ ਹੀ ਉਹ ਪ੍ਰੈਜ਼ੀਡੈਂਟ ਰਿਹਾ 2 ਸਾਲ। ਹੁਣ ਉਹ ਬੰਦਾ ਕਾਂਗਰਸ ਦਾ, ਹੁਣ ਮੋਦੀ ਨੇ ਕਿਹੜ ਕੱਢਣ ਵਾਸਤੇ ਵੀ ਲੈ ਵੀ ਇਹ ਕਾਂਗਰਸ ਦਾ ਪ੍ਰੈਜ਼ੀਡੈਂਟ ਰਹੂਗਾ, ਇਹਦੀ ਤਨਖਾਹ ਕਿੰਨੀ ਆ? ਹੁਣ ਇਹ 2.5 ਲੱਖ ਆ, 3 ਲੱਖ ਹੈ ਇਹਦੀ ਤਨਖਾਹ, 3 ਲੱਖ ਆ ਯਾਰ, 3 ਲੱਖ ਤਨਖਾਹ, ਇਹ 2.5 ਲੱਖ ਕਰ ਦਈਏ ਆਪਾਂ, ਬਿੱਲ ਬਣਾ ਕੇ, ਕਾਨੂੰਨ ਬਣਾ ਕੇ, ਆਪਾਂ ਪਾਰਲੀਮੈਂਟ 'ਚ ਮੈਜੋਰਟੀ ਤਾਂ ਹੈਗੀ ਆ ਉਹਨਾਂ ਕੋਲੇ, ਪਾਰਲੀਮੈਂਟ 'ਚ ਕਾਨੂੰਨ ਬਣਾਉਣਾ ਮੋਦੀ ਲਈ ਕਿੰਨਾ ਔਖਾ। ਉਹਦਾ ਯਾਰ ਇਹਦੀ ਤਨਖਾਹ 2.5 ਲੱਖ ਕਰ ਦਿਓ। ਹੁਣ ਜੇ ਪ੍ਰਣਬ ਮੁਖਰਜੀ ਨੂੰ ਪਤਾ ਲੱਗਿਆ, ਕਰਕੇ ਵੇਖ ਲਓ, ਆਂਦਾ ਜੇ ਕਰ ਸਕਦੇ ਆ ਤਾਂ। ਹੁਣ ਤੁਸੀਂ ਕਰ ਹੀ ਨਹੀਂ ਸਕਦੇ, ਮੋਦੀਆਂ ਦਾ ਕੀ ਹੋ ਗਿਆ? ਉਹ ਪ੍ਰਣਬ ਮੁਖਰਜੀ ਦਾ ਤੂੰ ਕੌਂਸਟੀਟਿਊਸ਼ਨ ਪੜ੍ਹਿਆ? ਮੋਦੀ ਸਾਹਿਬ ਨੂੰ ਕੀ ਜਵਾਬ ਆਉਣਾ ਸੀ? ਤੁਹਾਨੂੰ ਪਤਾ ਹੀ ਡਿਗਰੀਆਂ ਬਾਰੇ ਕੀ ਚੱਕਰ ਹੈ ਤੇ ਠੀਕ ਹੈ, ਤੇ ਉਹ ਬਸ ਨਹੀਂ ਕਰ ਸਕਿਆ ਹੈਗਾ। ਵੀ ਇੱਕ ਉਦਾਹਰਨ ਹੀ ਦਿੱਤੀ ਆ ਵੀ ਕਰ ਹੀ ਨਹੀਂ ਸਕਦੇ ਉਹ, ਕਿਉਂਕਿ ਕੌਂਸਟੀਟਿਊਸ਼ਨ ਦੇ ਵਿੱਚ ਲਿਖਿਆ ਵੀ ਜਿਹੜੇ ਐਮੋਲੂਮੈਂਟਸ ਤੇ ਜਿਹੜੀਆਂ ਉਹਦੇ ਅਲਾਉਐਂਸਸ ਆ, ਉਹ ਜਿੰਨੇ ਇੱਕ ਵਾਰੀ ਤੈਅ ਹੋ ਗਏ, ਉਹਦੇ ਸ਼ਾਸਨ ਕਾਲ ਦੇ ਦੌਰਾਨ ਨਹੀਂ ਤੁਸੀਂ ਉਹ ਕਰ ਸਕਦੇ। ਜੇ ਨਵੇਂ ਰਾਸ਼ਟਰਪਤੀ ਦਾ ਹਨਾ ਜਦੋਂ ਬਣਨਾ ਕੋਈ, ਉਦੋਂ ਪਹਿਲਾਂ ਤੁਸੀਂ ਕਹਿ ਸਕਦੇ ਵੀ ਹਾਂ ਵੀ ਆ ਜਿਹੜਾ ਨਵਾਂ ਰਾਸ਼ਟਰਪਤੀ ਹੋਊਗਾ ਉਹਦੀ ਤਨਖਾਹ ਘੱਟ ਹੋਊਗੀ, ਪਰ ਇੱਕ ਵਾਰੀ ਜਿਹੜੀ ਰਾਸ਼ਟਰਪਤੀ ਦੀ ਤਨਖਾਹ ਲੱਗ ਗਈ, ਉਹਦੇ ਪੀਰੀਅਡ ਦੇ ਦੌਰਾਨ, ਉਹਦੇ 5 ਸਾਲਾਂ ਦੇ ਦੌਰਾਨ ਉਹਦੀ ਤਨਖਾਹ ਨਹੀਂ ਘੱਟ ਕਰ ਸਕਦੇ ਤੁਸੀਂ। ਹੁਣ ਪਾਰਲੀਮੈਂਟ ਕੋਲੇ ਪਾਵਰ ਹੈਗੀ ਆ ਵੀ ਉਹਦੇ ਅਧਿਕਾਰ ਘੱਟ ਕਰਨੇ ਕਰ ਸਕਦੀ ਹੈ, ਉਹਦੀ ਤਨਖਾਹ ਘੱਟ ਕਰ ਸਕਦੀ ਹੈ, ਉਹਦੇ ਭੱਤੇ ਘੱਟ ਕਰ ਸਕਦੀ ਹੈ, ਵਧਾ ਵੀ ਸਕਦੀ ਹੈ, ਘਟਾ ਵੀ ਸਕਦੀ ਹੈ, ਪਾਰਲੀਮੈਂਟ ਕੋਲੇ ਇਹ ਪਾਵਰ ਆ। ਪਰ ਰਾਸ਼ਟਰਪਤੀ ਦੇ ਸ਼ਾਸਨ ਕਾਲ ਦੇ ਦੌਰਾਨ ਜਿਹੜਾ ਇੱਕ ਵਾਰੀ ਉਹਨੂੰ ਮਿਲ ਰਿਹਾ, ਉਹਨੂੰ ਫਿਰ ਓਨਾ ਹੀ ਮਿਲੂਗਾ। ਠੀਕ ਹੈ, ਘੱਟ ਨਹੀਂ ਕੀਤੇ ਜਾ ਸਕਦੇ।
ਟਰਮ ਆਫ ਆਫਿਸ ਕੀ ਹੁੰਦਾ ਵੀ ਉਹਦਾ ਜਿਹੜਾ ਸ਼ਾਸਨ ਆ ਵੀ ਉਹਦਾ 5 ਸਾਲਾਂ ਦਾ ਜਿਹੜਾ ਉਹਦਾ ਪੀਰੀਅਡ ਆ ਹਨਾ ਜਦੋਂ ਉਹਨੇ ਪ੍ਰੈਜ਼ੀਡੈਂਟ ਰਹਿਣਾ। ਸਮਝ ਲੱਗ ਗਈ। ਕੰਡੀਸ਼ਨਸ ਆਫ ਪ੍ਰੈਜ਼ੀਡੈਂਟ ਆਫਿਸ ਪਹਿਲੀ ਤਾਂ ਇਹੀ ਹੈ ਵੀ ਉਹ ਐਮਪੀ ਜਾਂ ਐਮਐਲਏ ਨਹੀਂ ਹੋਣਾ ਚਾਹੀਦਾ, ਜੇ ਹੈਗਾ ਤਾਂ ਰਿਜ਼ਾਈਨ ਦੇ ਦੇ, ਜੇ ਨਾ ਰਿਜ਼ਾਈਨ ਦੇਊਗਾ ਤੇ ਉਹ ਉਦਣ ਤੋਂ ਹੀ ਮੰਨਿਆ ਜਾਊਗਾ ਰਿਜ਼ਾਈਨ ਉਹਦਾ, ਉਦਣ ਤੋਂ ਹੀ ਉਹ ਸੀਟ ਉਹਦੀ ਖਾਲੀ ਹੋ ਜੂਗੀ ਜਿੱਦਣ ਉਹਨੇ ਪ੍ਰੈਜ਼ੀਡੈਂਟ ਦਾ ਆਫਿਸ ਜੁਆਇਨ ਕਰ ਲਿਆ। ਠੀਕ ਆ ਵੀ ਇਹ ਨਾ ਅਸਲ 'ਚ ਗੱਲ ਇਹ ਆ ਵੀ ਇੱਥੇ ਮੈਂ ਕਿਉਂ ਉਦਣ ਵਾਰੀ ਵਰਡ ਯੂਜ਼ ਕਰੀ ਜਾਂਦਾ ਵੀ ਇੱਥੇ ਇੱਕ ਚੀਜ਼ ਦਾ ਕੰਪੈਰੀਜ਼ਨ ਤੁਸੀਂ ਯਾਦ ਰੱਖਣਾ ਵੀ ਜੇ ਤੁਹਾਡੇ ਯਾਦ ਹੋਵੇ ਵੀ ਜਿਹੜਾ ਐਮਐਲਏ ਹੁੰਦਾ ਹਨਾ ਜਾਂ ਸੌਰੀ ਜਿਹੜਾ ਸੀਐਮ ਹੁੰਦਾ ਜਾਂ ਪੀਐਮ ਹੁੰਦਾ, ਜੇ ਉਹ ਕਿਸੇ ਹਾਊਸ ਦਾ ਮੈਂਬਰ ਨਾ ਹੋਵੇ, ਜੇ ਹੁਣ ਮਮਤਾ ਬਨਰਜੀ ਆਪ ਵੋਟਾਂ ਤਾਂ ਹਾਰ ਗਈ ਉਹ ਤੇ ਪਰ ਉਹ ਫਿਰ ਵੀ ਸੀਐਮ ਬਣ ਗਈ ਨਾ ਉੱਥੋਂ ਦੀ ਪੱਛਮੀ ਬੰਗਾਲ ਦੀ। ਉਹ ਕਿਵੇਂ ਬਣ ਗਈ? ਕਿਉਂਕਿ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਪ੍ਰੋਵੀਜ਼ਨ ਕੀ ਆ ਵੀ 6 ਮਹੀਨਿਆਂ ਦੇ ਵਿੱਚ ਤੁਹਾਨੂੰ 6 ਮਹੀਨਿਆਂ ਦੇ ਵਿੱਚ ਕੀ ਕਰਨਾ ਪਊਗਾ, ਕਿਸੇ ਹਾਊਸ ਦਾ ਮੈਂਬਰ ਬਣਨਾ ਪਊਗਾ ਵੀ ਤੁਹਾਨੂੰ ਦੁਬਾਰਾ ਵੀ ਭਾਵੇਂ ਤਾਂ ਵੋਟਾਂ ਲੜ ਕੇ ਬਣ ਲਓ, ਭਾਵੇਂ ਤੁਸੀਂ ਕਈ ਰਾਜਾਂ ਦੇ ਵਿੱਚ ਲੈਜਿਸਲੇਟਿਵ ਕਾਉਂਸਲ ਦੇ ਹੈਗੀਆਂ ਉਹਦੇ ਲੈਜਿਸਲੇਟਿਵ ਕਾਉਂਸਲ ਦਾ ਪਾਰਟ ਬਣ ਜਾਓ, ਵਿਧਾਨ ਪ੍ਰੀਸ਼ਦਾਂ ਦਾ, ਤੇ ਫਿਰ ਤੁਸੀਂ ਕਹਿ ਜਾਓ ਵੀ 6 ਮਹੀਨਿਆਂ ਦਾ ਉਹਨਾਂ ਨੂੰ ਟਾਈਮ ਦੇ ਦਿੰਦੇ ਵੀ 6 ਮਹੀਨਿਆਂ ਦੇ ਵਿੱਚ ਤੁਸੀਂ ਮੈਂਬਰ ਬਣ ਜਾਓ। ਪਰ ਇੱਥੇ ਕੋਈ 6 ਮਹੀਨਿਆਂ ਦਾ ਟਾਈਮ ਨਹੀਂਗਾ। ਇੱਥੇ ਕੀ ਹੈ ਵੀ ਜਦੋਂ ਹੀ ਤੁਸੀਂ ਆਫਿਸ ਐਂਟਰ ਹੋਏ ਵਕੇਟ ਆ ਤੁਹਾਡੀ ਸੀਟ ਉਧਰਲੀ। ਜਸਟ ਮੈਂ ਕੰਪੈਰੀਜ਼ਨ ਇੱਕ ਤੁਹਾਨੂੰ ਥੋੜਾ ਜਿਹਾ ਦੱਸਿਆ ਵੀ ਉੱਥੇ 6 ਮਹੀਨਿਆਂ ਦਾ ਟਾਈਮ ਹੁੰਦਾ, ਵੀ ਇੱਥੇ ਕਿਤੇ ਤੁਹਾਨੂੰ ਆਪਸ਼ਨ 'ਚ ਦੇ ਦੇਣ ਵੀ 6 ਮਹੀਨਿਆਂ ਬਾਅਦ ਉਹਦੀ ਸੀਟ ਵਕੇਟ ਹੋ ਜੂਗੀ ਤੇ ਤੁਸੀਂ ਯੈਸ ਕਰਿਆ ਹੋ ਤੇ ਉਧਰ 6 ਮਹੀਨਿਆਂ ਬਾਅਦ ਜੇ ਨਾ ਬਣਿਆ ਹੋਵੇ ਮੈਂਬਰ ਫਿਰ ਉਹ ਜਿਹੜੀ ਸੀਐਮ ਜੇ ਮਮਤਾ ਬਨਰਜੀ 6 ਮਹੀਨਿਆਂ ਦੇ ਵਿੱਚ ਕਿਸੇ ਹਾਊਸ ਦੀ ਮੈਂਬਰ ਨਹੀਂ ਨਾ ਬਣਦੀ ਉੱਥੇ ਵੀ ਲੈਜਿਸਲੇਟਿਵ ਕਾਉਂਸਲ ਦੀ ਵੀ ਨਹੀਂ ਬਣਦੀ ਸੀ, ਲੈਜਿਸਲੇਟਿਵ ਅਸੈਂਬਲੀ ਦੀ ਵੀ ਨਹੀਂ ਬਣਦੀ, ਠੀਕ ਆ, ਤੇ ਫਿਰ ਉਹਦਾ ਕੰਮ ਗਿਆ। ਉਹ ਸੀਐਮ ਬਸ ਜਿੱਦਣ 181ਵਾਂ ਦਿਨ ਹੋਇਆ ਉਦਣ ਹੀ ਉੱਥੇ ਰਾਸ਼ਟਰਪਤੀ ਸ਼ਾਸਨ ਲਾਗੂ ਹੋਇਆ ਨਾ। ਠੀਕ ਹੈ, ਦੁਬਾਰਾ ਵੋਟਾਂ ਹੋਣਗੀਆਂ, ਦੁਬਾਰਾ ਵੋਟਾਂ ਹੋਣ ਭਾਵੇਂ ਗਵਰਨਰ ਕਿਸੇ ਹੋਰ ਬੰਦੇ ਨੂੰ ਸੱਦ ਲੇ ਵੀ ਹਾਂ ਵੀ ਹੋਰ ਨੂੰ ਬਣਾ ਦੇ, ਕਿਉਂਕਿ ਐ ਆ ਨਾ ਵੀ ਉੱਥੇ ਮੈਜੋਰਟੀ ਤਾਂ ਹੈਗੀ ਹੈ ਟੀਐਮਸੀ ਕੋਲੇ, ਸੀਟਾਂ ਤਾਂ ਉਹਨਾਂ ਕੋਲੇ ਹੈਗੀਆਂ, ਪਰ ਵੀ ਉਹਨਾਂ ਨੇ ਕਹਿਣਾ ਵੀ ਬਸ ਫਿਰ ਇਹ ਮਮਤਾ ਨਹੀਂ ਰਹਿ ਸਕਦੀ, ਕੋਈ ਹੋਰ ਬੰਦਾ ਬਣ, ਉਹਦੇ ਟਾਈਮ ਪੂਰਾ ਹੋ ਗਿਆ ਜਿੰਨਾ ਉਹਨਾਂ ਨੇ। ਠੀਕ ਹੈ, ਸੋ ਕੰਡੀਸ਼ਨਸ ਆਪਣੀਆਂ ਹੋ ਗਈਆਂ ਕੰਪਲੀਟ। ਠੀਕ ਹੈ, ਜਿਹੜੇ ਦੂਜਾ ਆਪਾਂ ਉਹ ਅਗਲੀ ਰਿਕਾਰਡਿੰਗ 'ਚ ਕਰਦੇ ਹਾਂ। ਠੀਕ ਹੈ, ਜਿਹੜਾ ਇਦੋਂ ਅਗਲੇ ਦਾ ਕੰਮ ਅਗਲੀ ਟਾਈਮ ਪੂਰਾ ਹੋ ਗਿਆ 1 ਮਿੰਟ।